ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम जी आया ਨੂੰ ਰੈਕਸ ਕਿਚਨ ਵਿੱਚ ਸਾਰੇ ਦੋਸਤਾਂ ਨੂੰ ਖੁਸ਼ ਆਮਦੀਦ। ਰੈਕਸ ਕਿਚਨ ਵਿੱਚ ਅੱਜ ਅਸੀਂ ਸਾਗ ਬਣਾ ਰਹੇ ਹਾਂ, ਗੰਦਲਾਂ ਦਾ ਸਾਗ। ਗੰਦਲਾਂ ਦੇ ਸਾਗ ਦਾ ਬਹੁਤ ਅੱਛਾ ਟੇਸਟ ਬਣਦਾ ਹੈ। ਵੈਸੇ ਤਾਂ ਸਰੋਂ ਦੇ ਪੱਤਿਆਂ ਦਾ ਸਾਗ ਵੀ ਬਣ ਜਾਂਦਾ ਹੈ, ਮਗਰ ਜਿਹੜਾ ਮਜ਼ਾ ਗੰਦਲਾਂ ਦੇ ਸਾਗ ਦਾ ਹੈ ਉਹ ਪੱਤਿਆਂ ਦੇ ਸਾਗ ਦਾ ਨਹੀਂ ਬਣਦਾ। ਸਾਗ ਬਣਾਉਣ ਦੇ ਕਾਫੀ ਸਾਰੇ ਤਰੀਕੇ ਆ, ਮੁਖਤਲਿਫ ਤਰੀਕਿਆਂ ਨਾਲ ਘਰਾਂ 'ਚ ਸਾਗ ਬਣਾਇਆ ਜਾਂਦਾ ਹੈ। ਲੇਕਿਨ ਮੈਂ ਅੱਜ ਜਿਹੜੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸਾਗ ਬਣਾਉਣ ਦੀ, ਉਹ ਪੰਜਾਬ ਦੀ ਅਸਲ ਰੈਸਪੀ ਹੈ। ਸਾਡੇ ਪੰਜਾਬੀ ਘਰਾਂ ਦੇ ਵਿੱਚ ਜਿਸ ਤਰ੍ਹਾਂ ਸਕਾਫਤੀ ਤਰੀਕੇ ਨਾਲ ਸਾਗ ਬਣਾਇਆ ਜਾਂਦਾ ਹੈ, ਅੱਜ ਮੈਂ ਉਹ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਾਂਗਾ। ਵੀਡੀਓ ਥੋੜੀ ਲੰਬੀ ਬਣੇਗੀ ਅੱਜ, ਕਿਉਂਕਿ ਸਾਗ ਬਣਾਉਣ ਦੇ ਸਾਰੇ ਤਰੀਕੇ ਅਤੇ ਸਾਰੀਆਂ ਗੁਰ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ, ਅਤੇ ਤੁਸੀਂ ਵੀਡੀਓ ਨੂੰ ਗੌਰ ਨਾਲ ਦੇਖਣਾ ਅਤੇ ਪੂਰੀ ਵੀਡੀਓ ਦੇਖਣੀ ਹੈ, ਤਾਂ ਕਿ ਸਾਗ ਬਣਾਉਣ ਦੇ ਤਰੀਕੇ ਦੀ ਕੋਈ ਵੀ ਗੁਰ ਦੀ ਗੱਲ ਜਿਹੜੀ ਹੈ ਉਹ ਰਹਿ ਨਾ ਜਾਵੇ, ਤੁਹਾਡੇ ਕੋਲ ਮਿਸ ਨਾ ਹੋ ਜਾਏ, ਅਤੇ ਇਹ ਨਾ ਹੋਵੇ ਕਿ ਸਾਗ ਟੇਸਟੀ ਨਾ ਬਣੇ। ਇਨਸ਼ਾਅੱਲਾ ਸਾਗ ਐਸਾ ਬਣੇਗਾ ਕਿ ਤੁਸੀਂ ਯਾਦ ਕਰੋਗੇ ਕਿ ਵਾਕਈ ਸਾਗ ਬਣਾਉਣ ਦੀ ਅਸਲ ਰੈਸਪੀ ਇਹੀ ਹੈ। ਅਤੇ ਆਓ ਫਿਰ ਸਾਗ ਬਣਾਉਣ ਦਾ ਤਰੀਕਾ ਸ਼ੁਰੂ ਕਰੀਏ। ਬਿਸਮਿਲ੍ਲਾ ਪੜ੍ਹ ਕੇ ਸਾਗ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲੇ ਅਸੀਂ ਗੰਦਲਾਂ ਦਾ ਸਾਗ ਤੋੜ ਕੇ ਲਿਆਉਣਾ। ਸਾਗ ਦੀਆਂ ਨਰਮ ਗੰਦਲਾਂ ਜਿਹੜੀਆਂ ਉਹ ਤੋੜਨੀਆਂ, ਅਤੇ ਉਸ ਤੋਂ ਬਾਅਦ ਗੰਦਲਾਂ ਦੇ ਜਿਹੜੇ ਸਾਈਡਾਂ 'ਤੇ ਸਖਤ ਪੱਤੇ ਆ, ਪੱਕੇ ਹੋਏ ਪੱਤੇ ਆ, ਉਹ ਉਤਾਰ ਦੇਣੇ। ਅਤੇ ਗੰਦਲਾਂ ਦੇ ਉੱਤੇ ਜਿਹੜਾ ਛਿਲਕਾ ਜ਼ਰਾ ਸਖਤ ਹੋ ਗਿਆ, ਉਹ ਛਿਲਕਾ ਅਸੀਂ ਲਾਹ ਦੇਣਾ ਹੈ। ਗੰਦਲਾਂ ਨੂੰ ਅਸੀਂ ਛਿੱਲਣਾ ਹੈ। ਇਸ ਤਰੀਕੇ ਨਾਲ ਗੰਦਲਾਂ ਨੂੰ ਤੁਸੀਂ ਛਿੱਲ ਲਵੋ ਤਾਂ ਕਿ ਜਿਹੜਾ ਸਖਤ ਛਿਲਕਾ ਹੈ ਉਹ ਤੋਂ ਉਤਰ ਜਾਏ। ਇਸ ਤਰ੍ਹਾਂ ਸਾਰੀਆਂ ਗੰਦਲਾਂ ਅਸੀਂ ਛਿੱਲ ਲੈਣੀਆਂ, ਅਤੇ ਫਿਰ ਅਸੀਂ ਇਹਨਾਂ ਨੂੰ ਕੱਟਣਾ ਹੈ। ਕੋਸ਼ਿਸ਼ ਕਰਨੀ ਹੈ ਸਾਗ ਬਾਰੀਕ ਕੱਟ ਹੋਵੇ। ਜਿੰਨਾ ਬਾਰੀਕ ਸਾਗ ਕੱਟ ਹੋਏਗਾ ਉਨੀ ਜਲਦੀ ਪੱਕੇਗਾ, ਅਤੇ ਉਹਨੂੰ ਘੁੱਟਣਾ ਵੀ ਬਹੁਤ ਆਸਾਨ ਹੋਏਗਾ। ਇਸ ਤਰੀਕੇ ਨਾਲ ਤੁਸੀਂ ਬਾਰੀਕ ਸਾਗ ਨੂੰ ਕੱਟ ਲੈਣਾ। ਦੇਖੋ ਸਾਡਾ ਸਾਰਾ ਸਾਗ ਕੱਟ ਹੋ ਗਿਆ। ਹੁਣ ਅਸੀਂ ਬਾਥੂ ਕੱਟਾਂਗੇ। ਬਾਥੂ ਵੀ ਸਾਗ ਦਾ ਬੜਾ ਅਹਿਮ ਜੁਜ਼ ਹੈ। ਬਾਥੂ ਨਾਲੋਂ ਨਰਮ ਪੱਤੇ ਅਲੱਗਾ ਕਰ ਲੈਣੇ ਆ, ਸਖਤ ਡੰਡੀਆਂ ਟਹਿਣੀਆਂ ਜਿਹੜੀਆਂ ਉਹ ਅਲੱਗਾ ਕਰ ਦੇਣੀਆਂ, ਕਿਉਂਕਿ ਉਹ ਸਾਗ ਵਿੱਚ ਅੱਛੀਆਂ ਗਲਦੀਆਂ ਨਹੀਂ। ਸਾਰੇ ਪੱਤੇ ਔਰ ਨਰਮ ਟਹਿਣੀਆਂ ਅਲੱਗਾ ਕਰਕੇ ਅਤੇ ਸਾਰੇ ਬਾਥੂ ਨੂੰ ਸਾਫ਼ ਕਰ ਲੈਣਾ, ਅਤੇ ਉਸ ਤੋਂ ਬਾਅਦ ਬਾਥੂ ਨੂੰ ਬਾਰੀਕ ਕੱਟ ਲੈਣਾ।
ਸਾਡਾ ਸਾਰਾ ਬਾਥੂ ਕੱਟਿਆ ਗਿਆ। ਤੇ ਹੁਣ ਅਸੀਂ ਇਸ ਤੋਂ ਅਗਲਾ ਮਰਲਾ ਸ਼ੁਰੂ ਕਰਦੇ ਹਾਂ। ਅਗਲੇ ਮਰਲੇ ਵਿੱਚ ਅਸੀਂ ਪਾਲਕ ਕੱਟਾਂਗੇ। ਪਾਲਕ ਦੀਆਂ ਇਸ ਤਰ੍ਹਾਂ ਗੁੱਟੀਆਂ ਨੂੰ ਕੱਟ ਲਵੋ ਤੇ ਫਿਰ ਇਹਨੂੰ ਸਾਫ਼ ਕਰਨਾ ਹੈ। ਅੱਛੇ ਪੱਤੇ, ਸਾਫ਼ ਪੱਤੇ ਅਲੱਗਾ ਕਰਕੇ ਰੱਖ ਲੈਣੇ ਆ। ਗਲੇ ਹੋਏ ਪੱਤੇ, ਖਰਾਬ ਪੱਤੇ ਜਾਂ ਕੋਈ ਹੋਰ ਜੜੀ ਬੂਟੀ ਵਿੱਚੋਂ ਅਲੱਗਾ ਕਰ ਲੈਣੀ। ਸਾਰੀ ਪਾਲਕ ਨੂੰ ਸਾਫ਼ ਕਰ ਲੈਣਾ। ਸਾਫ਼ ਕਰਕੇ ਇਸ ਤਰ੍ਹਾਂ ਅਲੱਗਾ ਕਰਕੇ ਤੇ ਇਹਨੂੰ ਵੀ ਬਰੀਕ ਬਰੀਕ ਕੱਟ ਲੈਣਾ ਹੈ। ਪੱਤਿਆਂ ਦੇ ਮੋਹਰਿਓਂ ਮੋਟੇ ਡੰਡਲ ਜਿਹੜੇ ਆ ਪਾਲਕ ਦੇ ਉਹ ਪਹਿਲਾਂ ਕੱਟ ਦੇਣੇ ਤੇ ਬਾਕੀ ਪਾਲਕ ਨੂੰ ਇਸੇ ਤਰੀਕੇ ਨਾਲ ਬਾਰੀਕ ਬਾਰੀਕ ਕੱਟ ਲੈਣਾ ਹੈ। ਇਸ ਤੋਂ ਬਾਅਦ ਅਸੀਂ ਥੋੜ੍ਹਾ ਜਿਹਾ ਹਰਾ ਧਨੀਆ ਵੀ ਕੱਟ ਲੈਂਦੇ ਹਾਂ। ਹਰੇ ਧਨੀਆ ਨੂੰ ਸਾਫ਼ ਕਰਕੇ ਤੇ ਬਾਰੀਕ ਬਾਰੀਕ ਕੱਟ ਲਵੋ। ਹੁਣ ਅਸੀਂ ਜਿਹੜੀਆਂ ਮਿਰਚਾਂ ਸਾਗ 'ਚ ਪਾਉਣੀਆਂ ਉਹਨਾਂ ਦੀਆਂ ਡੰਡੀਆਂ ਅਲੱਗਾ ਕਰ ਲੈਂਦੇ ਹਾਂ। ਮਿਰਚ ਨੂੰ ਅੱਛੀ ਤਰ੍ਹਾਂ ਧੋ ਲਓ, ਧੋ ਕੇ ਡੰਡੀਆਂ ਅਲੱਗਾ ਕਰ ਲਓ। ਇਹ ਸਾਰੀਆਂ ਮਿਰਚਾਂ ਦਾ ਅਸੀਂ ਪੇਸਟ ਬਣਾ ਲਾਂਗੇ ਤੇ ਪੇਸਟ ਬਣਾ ਕੇ ਸਾਗ 'ਚ ਸ਼ਾਮਿਲ ਕਰਾਂਗੇ। ਸਾਡਾ ਸਾਗ ਕੱਟ ਕੇ ਤਿਆਰ ਹੋ ਗਿਆ। ਇਹਦੇ ਵਿੱਚ ਅਸੀਂ 4 ਗੁੱਟੀਆਂ ਸਰੋਂ ਦੇ ਸਾਗ ਦੀਆਂ ਕੱਟ ਲਈਆਂ ਸੀ, 3 ਗੁੱਟੀਆਂ ਪਾਲਕ ਦੀਆਂ, 1 ਗੁੱਟੀ ਅਸੀਂ ਬਾਥੂ ਦੀ ਕੱਟੀ ਹੈ। 10-12 ਮਿਰਚਾਂ ਵਾਂ ਜਿਨ੍ਹਾਂ ਦਾ ਅਸੀਂ ਪੇਸਟ ਬਣਾ ਲੈਣਾ ਤੇ 3 ਚਮਚ ਸਾਨੂੰ ਨਮਕ ਦੇ ਚਾਹੀਦੇ। ਤੇ ਆਹ ਹੁਣ ਸਾਗ ਪਕਾਉਣਾ ਸ਼ੁਰੂ ਕਰੀਏ। ਮੈਂ ਹਾਂਡੀ 'ਚ ਸਾਗ ਪਕਾ ਰਿਹਾ। ਹਾਂਡੀ ਵਿੱਚ ਤਕਰੀਬਨ 5-6 ਗਲਾਸ ਪਾਣੀ ਦੇ ਪਾ ਲਓ ਤੇ ਉਹਨੂੰ ਗਰਮ ਹੋਣ ਦਿਓ। ਢੱਕਣ ਦੇ ਦਿਓ। ਜਦੋਂ ਪਾਣੀ ਫੁੱਲ ਗਰਮ ਹੋ ਜਾਏ ਤੇ ਫਿਰ ਅਸੀਂ ਇਹਦੇ ਵਿੱਚ ਸਾਗ ਪਾਵਾਂਗੇ। ਕਿ ਸਾਗ ਨੂੰ ਪਹਿਲੇ ਅੱਛੀ ਤਰ੍ਹਾਂ ਧੋਣਾ ਹੈ। ਪਾਣੀ ਪਾ ਕੇ ਉਹਨੂੰ ਅੱਛੀ ਤਰ੍ਹਾਂ ਸਾਫ਼ ਕਰ ਲੈਣਾ ਤਾਂ ਕਿ ਮਿੱਟੀ ਦਾ ਕੋਈ ਜ਼ਰਾ ਵਗੈਰਾ ਹੋਵੇ ਤੇ ਉਹ ਅੱਛੀ ਤਰ੍ਹਾਂ ਸਾਫ਼ ਹੋ ਜਾਏ। ਸਾਡਾ ਪਾਣੀ ਕਾਫੀ ਹੱਦ ਤੱਕ ਗਰਮ ਹੋ ਗਿਆ, ਤਕਰੀਬਨ ਬੋਇਲ ਹੋਣ ਦੇ ਕਰੀਬ ਹੀ ਹੈ। ਹੁਣ ਅਸੀਂ ਇਹਦੇ ਵਿੱਚ ਕੱਟਿਆ ਹੋਇਆ ਸਰੋਂ ਦਾ ਸਾਗ ਪਾ ਦਿੰਦੇ ਹਾਂ। ਥੋੜ੍ਹਾ ਥੋੜ੍ਹਾ ਕਰਕੇ ਸਾਗ ਨੂੰ ਪਾਵਾਂਗੇ। ਸਰੋਂ ਤੋਂ ਬਾਅਦ ਅਸੀਂ ਬਾਥੂ ਜਿਹੜਾ ਬਰੀਕ ਕੱਟਿਆ ਸੀ ਉਹ ਵੀ ਧੋ ਕੇ ਅੱਛੀ ਤਰ੍ਹਾਂ ਤੇ ਉਹ ਵੀ ਪਾ ਦਿੰਦੇ ਹਾਂ। ਦੋਨੋਂ ਚੀਜ਼ਾਂ ਪਾ ਕੇ ਢੱਕਣ ਦੇ ਕੇ ਤੇ ਇਹਨੂੰ ਕੋਈ 10-12 ਮਿੰਟ ਪੱਕਣ ਦਿਓ। ਜਦੋਂ 10-12 ਮਿੰਟ ਪੱਕ ਜਾਏਗਾ ਫਿਰ ਅਸੀਂ ਸਾਗ ਦਾ ਪਾਣੀ ਚੇਂਜ ਕਰਨਾ ਹੈ। ਇਹ ਪਾਣੀ ਵਿੱਚੋਂ ਕੱਢ ਦੇਣਾ ਹੈ, ਨਵਾਂ ਪਾਣੀ ਪਾਉਣਾ ਹੈ। ਤੇ ਸਾਗ ਸਾਡਾ ਪੱਕ ਰਿਹਾ ਹੈ। ਉਨੀ ਦੇਰ 'ਚ ਅਸੀਂ ਨਵਾਂ ਪਾਣੀ ਜਿਹੜਾ ਪਾਉਣਾ ਹੈ ਉਹਨੂੰ ਗਰਮ ਕਰ ਲੈਂਦੇ ਹਾਂ। ਅਲੱਗਾ ਬਰਤਨ 'ਚ ਪਾ ਕੇ ਪਾਣੀ ਗਰਮ ਹੋਣ ਵਾਸਤੇ ਰੱਖ ਦਿਓ। ਸਾਗ ਨੂੰ 1-2 ਦਫਾ ਹਿਲਾ ਦਿਓ ਥੋੜ੍ਹਾ ਜਿਹਾ।
ਤੇ ਹੁਣ 10-12 ਮਿੰਟ ਤਕਰੀਬਨ ਸਾਡਾ ਸਾਗ ਪੱਕ ਗਿਆ। ਅਸੀਂ ਇਹਤਿਆਤ ਨਾਲ ਇਸੇ ਤਰ੍ਹਾਂ ਹੀ ਢੱਕਣ ਨੂੰ ਦਬਾ ਕੇ ਤੇ ਇਹਦੇ 'ਚੋਂ ਪਾਣੀ ਕੱਢ ਦਿੰਦੇ ਹਾਂ। ਪਾਣੀ ਵੀ ਗਰਮ ਹੈ, ਹਾਂਡੀ ਵੀ ਗਰਮ ਹੈ, ਜ਼ਰਾ ਇਹਤਿਆਤ ਕਰਨੀ ਜ਼ਰੂਰੀ ਹੈ। ਆਹਿਸਤਾ ਆਹਿਸਤਾ ਸਾਰਾ ਪਾਣੀ ਤੁਸੀਂ ਇਹਦੇ ਵਿੱਚੋਂ ਕੱਢ ਦਿਓ। ਯਾਦ ਰੱਖਣਾ ਹੈ ਕਿ ਸਾਗ ਦੇ ਵਿੱਚੋਂ ਪਾਣੀ ਜ਼ਰੂਰ ਕੱਢਣਾ ਹੈ, ਕਿਉਂਕਿ ਅਸੀਂ ਅਗਰ ਪਾਣੀ ਨਹੀਂ ਕੱਢਾਂਗੇ ਤਾਂ ਸਾਗ ਦਾ ਜਿਹੜਾ ਹਲਕਾ ਹਲਕਾ ਕਸੈਲਾਪਨ ਹੈ ਉਹ ਖਤਮ ਨਹੀਂ ਹੋਏਗਾ, ਸਾਗ ਮਜ਼ੇਦਾਰ ਨਹੀਂ ਬਣੇਗਾ। ਇਸ ਵਾਸਤੇ 10-12 ਮਿੰਟ ਪਕਾਉਣ ਤੋਂ ਬਾਅਦ ਪਾਣੀ ਤਬਦੀਲ ਕਰਨਾ ਬਹੁਤ ਜ਼ਰੂਰੀ ਹੈ। ਸਾਗ ਦਾ ਸਾਰਾ ਪਾਣੀ ਨਿਕਲ ਗਿਆ। ਹੁਣ ਅਸੀਂ ਸਾਗ ਦਬ ਰੱਖਦੇ ਹਾਂ ਅਤੇ ਜਿਹੜਾ ਪਾਣੀ ਅਸੀਂ ਗਰਮ ਕੀਤਾ ਸੀ ਉਹ ਪਾ ਦਿੰਦੇ ਹਾਂ। ਹੁਣ ਅਸੀਂ ਇਹਦੇ ਨਾਲ ਹੀ ਜਿਹੜੀ ਅਸੀਂ ਪਾਲਕ ਕੱਟੀ ਸੀ ਅੱਛੀ ਤਰ੍ਹਾਂ ਧੋ ਕੇ ਪਾਲਕ ਵੀ ਪਾ ਦਿੰਦੇ ਹਾਂ। ਥੋੜ੍ਹੀ ਥੋੜ੍ਹੀ ਕਰਕੇ ਸਾਰੀ ਪਾਲਕ ਪਾ ਦੇਣੀ। ਆਹਿਸਤਾ ਆਹਿਸਤਾ ਪੱਕ ਪੱਕ ਕੇ ਪਾਲਕ ਖੁਦ ਹੀ ਥੱਲੇ ਹੋ ਜਾਏਗੀ। ਇੱਕ ਦੋ ਦਫਾ ਸਾਗ ਨੂੰ ਹਿਲਾ ਦਿਓ। ਅਤੇ ਉਸ ਤੋਂ ਬਾਅਦ ਅਸੀਂ ਹੁਣ ਇਹਦੇ 'ਚ 3 ਚਮਚ ਨਮਕ ਦੇ ਪਾਵਾਂਗੇ। ਅਤੇ ਨਾਲ ਹੀ ਹਰੀਆਂ ਮਿਰਚਾਂ ਦਾ ਜਿਹੜਾ ਅਸੀਂ ਪੇਸਟ ਬਣਾ ਕੇ ਰੱਖਿਆ ਸੀ ਉਹ ਪਾ ਲੈਂਦੇ ਹਾਂ। ਦੋਨੋਂ ਚੀਜ਼ਾਂ ਪਾ ਕੇ ਸਾਗ ਨੂੰ ਅੱਛੀ ਤਰ੍ਹਾਂ ਹਿਲਾ ਕੇ ਆਹਿਸਤਾ ਆਹਿਸਤਾ ਪੱਕਣ ਦਿਓ। ਦਰਮਿਆਨੀ ਅੱਗ 'ਤੇ ਸਾਗ ਨੂੰ ਪਕਾਉਣਾ ਹੈ। ਵਕਫੇ ਵਕਫੇ ਨਾਲ ਥੋੜ੍ਹਾ ਥੋੜ੍ਹਾ ਹਿਲਾਈ ਵੀ ਜਾਣਾ। ਜਿਸ ਵਕਤ ਤੱਕ ਸਾਡਾ ਹੁਣ ਸਾਗ ਪੱਕਦਾ ਉਸ ਵਕਤ ਤੱਕ ਅਸੀਂ ਹਰਾ ਪਿਆਜ਼ ਥੋੜ੍ਹਾ ਜਿਹਾ ਕੱਟ ਲੈਂਦੇ ਹਾਂ। ਹਰੇ ਪਿਆਜ਼ ਨੂੰ ਅਸੀਂ ਸਾਗ ਫਰਾਈ ਕਰਨ ਵੇਲੇ ਇਸਤੇਮਾਲ ਕਰਨਾ ਹੈ। ਹਰਾ ਪਿਆਜ਼ ਇਸ ਤਰ੍ਹਾਂ ਤੁਸੀਂ ਬਾਰੀਕ ਬਾਰੀਕ ਕੱਟ ਲੈਣਾ।
ਸਾਡਾ ਹਰਾ ਪਿਆਜ਼ ਕੱਟਿਆ ਗਿਆ। ਹੁਣ ਅਸੀਂ ਸਾਗ ਨੂੰ ਚੈੱਕ ਕਰਦੇ ਹਾਂ। ਸਾਡਾ ਸਾਗ ਤਕਰੀਬਨ ਗਲ ਗਿਆ ਹੈ, ਪਾਣੀ ਵੀ ਕਾਫੀ ਹੱਦ ਤੱਕ ਖੁਸ਼ਕ ਹੋ ਗਿਆ। ਹੁਣ ਅਸੀਂ ਸਾਗ ਨੂੰ ਘੋਟਣਾ ਹੈ। ਖਿਆਲ ਰੱਖਣਾ ਹੈ ਸਾਗ ਨੂੰ ਇਸ ਤਰ੍ਹਾਂ ਘੋਟਣੇ ਨਾਲ ਘੋਟਣਾ ਹੈ, ਇਹਨੂੰ ਗ੍ਰਾਈਂਡ ਨਹੀਂ ਕਰਨਾ, ਮਿਕਸਰ 'ਚ ਪਾ ਕੇ ਇਹਨੂੰ ਪੀਣਾ ਨਹੀਂ ਹੈਗਾ। ਦੇਖੋ ਜਿਹੜਾ ਸਾਗ ਇਸ ਤਰ੍ਹਾਂ ਘੋਟਣ ਨਾਲ ਬਣਦਾ ਹੈ ਉਹ ਗ੍ਰਾਈਂਡ ਕਰਨ ਨਾਲ ਬਿਲਕੁਲ ਨਹੀਂ ਬਣਦਾ। ਇਹ ਬਹੁਤ ਜ਼ਰੂਰੀ ਯਾਦ ਰੱਖਣ ਵਾਲੀ ਗੱਲ ਹੈ। ਸਾਗ ਘੋਟਣਾ ਕਾਫੀ ਮਿਹਨਤ ਤਲਬ ਹੈ, ਲੇਕਿਨ ਜ਼ਾਇਕਾ ਇਸ ਤਰ੍ਹਾਂ ਹੀ ਬਣਦਾ ਹੈ। ਦੇਖੋ ਸਾਡਾ ਸਾਗ ਕਾਫੀ ਅੱਛੀ ਤਰ੍ਹਾਂ ਘੋਟ ਹੋ ਗਿਆ। ਜਦੋਂ ਸਾਗ ਅੱਛੀ ਤਰ੍ਹਾਂ ਘੋਟ ਹੋ ਜਾਏ ਤੇ ਫਿਰ ਅਸੀਂ ਸਾਗ ਦੇ ਵਿੱਚ ਥੋੜ੍ਹਾ ਥੋੜ੍ਹਾ ਕਰਕੇ ਆਮ ਗੰਦਮ ਦਾ ਆਟਾ ਪਾਉਣਾ ਹੈ, ਜਿਹਨੂੰ ਪੰਜਾਬੀ ਵਿੱਚ ਅੱਲਣ ਕਹਿੰਦੇ ਆ। ਹੁਣ ਅਸੀਂ ਥੋੜ੍ਹਾ ਥੋੜ੍ਹਾ ਕਰਕੇ 2-3 ਦਫਾ ਅੱਲਣ ਪਾਵਾਂਗੇ ਤੇ ਨਾਲ ਹਲਕਾ ਹਲਕਾ ਇਹਨੂੰ ਘੋਟੀ ਜਾਵਾਂਗੇ। ਅੱਲਣ ਸਾਗ ਵਿੱਚ ਉਦੋਂ ਪਾਉਣਾ ਜਦੋਂ ਸਾਗ ਥੋੜ੍ਹਾ ਅੱਛੀ ਤਰ੍ਹਾਂ ਘੋਟ ਹੋ ਜਾਏ ਔਰ ਸਾਗ ਘੋਟ ਕੇ ਕਾਫੀ ਠੰਡਾ ਹੋ ਜਾਏ। ਅਗਰ ਅਸੀਂ ਗਰਮ ਸਾਗ ਦੇ ਵਿੱਚ ਹੀ ਆਟਾ ਪਾ ਦਿਆਂਗੇ ਤਾਂ ਫਿਰ ਉਹਦੀਆਂ ਗਿਲਟੀਆਂ ਬਣ ਜਾਣਗੀਆਂ। ਲਿਹਾਜ਼ਾ ਇਹਨੂੰ ਪਹਿਲੇ ਅੱਛੀ ਤਰ੍ਹਾਂ ਘੋਟਣਾ ਹੈ, ਚੁੱਲ੍ਹਾ ਬੰਦ ਕਰਕੇ। ਜਦੋਂ ਘੋਟ ਹੋ ਜਾਏ ਤਾਂ ਫਿਰ ਅਸੀਂ ਥੋੜ੍ਹਾ ਥੋੜ੍ਹਾ ਕਰਕੇ ਅੱਲਣ ਪਾਉਣਾ ਅਤੇ ਉਹਨੂੰ ਘੋਟੀ ਜਾਣਾ। ਸਾਡਾ ਅੱਲਣ ਮੁਕੰਮਲ ਹੋ ਗਿਆ। ਸਾਗ ਦੇਖੋ ਬਹੁਤ ਅੱਛਾ ਬਣ ਗਿਆ, ਬਿਲਕੁਲ ਮਲਾਈ ਤਰ੍ਹਾਂ ਦਾ ਸਾਗ ਬਣ ਗਿਆ। ਹੁਣ ਅਸੀਂ ਦੁਬਾਰਾ ਚੁੱਲ੍ਹੇ 'ਤੇ ਰੱਖਾਂਗੇ ਤੋਂ 5-7 ਮਿੰਟ ਅਸੀਂ ਆਪਣੇ ਅੱਲਣ ਨੂੰ ਪਕਾਵਾਂਗੇ। ਯਾਨੀ ਆਟਾ ਜਿਹੜਾ ਅਸੀਂ ਪਾਇਆ ਵਾ 5-4 ਮਿੰਟ ਜਿਹੜਾ ਹੈ ਇਹਨੂੰ ਅਸੀਂ ਮਜ਼ੀਦ ਹੁਣ ਪਕਾਉਣਾ ਹੈ। 5-4 ਮਿੰਟ ਹੋ ਗਿਆ, ਸਾਡਾ ਅੱਲਣ ਪੱਕ ਗਿਆ, ਸਾਗ ਬਿਲਕੁਲ ਤਿਆਰ ਹੋ ਗਿਆ। ਹੁਣ ਅਸੀਂ ਸਾਗ ਨੂੰ ਆਪਣੀ ਜ਼ਰੂਰਤ ਦੇ ਮੁਤਾਬਕ ਫਰਾਈ ਕਰ ਲੈਂਦੇ ਹਾਂ। ਬਾਕੀ ਜਿਹੜਾ ਬਚ ਜਾਏਗਾ ਉਹਨੂੰ ਅਸੀਂ ਫਰੀਜ਼ ਕਰ ਲਾਂਗੇ। ਬਰਤਨ 'ਚ ਪਾ ਕੇ ਦੇਸੀ ਘਿਓ ਨੂੰ ਗਰਮ ਕਰੋ ਅਤੇ ਨਾਲ ਹਰਾ ਕੱਟਿਆ ਹੋਇਆ ਪਿਆਜ਼ ਪਾ ਲਓ। ਜਦੋਂ ਪਿਆਜ਼ ਥੋੜ੍ਹਾ ਜਿਹਾ ਭੁੱਜ ਜਾਏ ਅਤੇ ਅਦਰਕ ਲਸਣ ਦਾ ਪੇਸਟ ਪਾ ਲਓ। ਅਦਰਕ ਲਸਣ ਦਾ ਪੇਸਟ ਪਾ ਕੇ ਥੋੜ੍ਹਾ ਜਿਹਾ ਪਕਾ ਕੇ ਇਹਦੇ 'ਚ ਤੁਸੀਂ ਸਾਗ ਪਾ ਦਿਓ। ਸਾਗ ਨੂੰ 5-4 ਮਿੰਟ ਸਿਰਫ ਪਕਾਉਣਾ ਹੈ, ਕਿਉਂਕਿ ਪੱਕਿਆ ਹੋਇਆ ਪਹਿਲਾਂ ਹੀ ਹੈ, ਸਿਰਫ ਫਰਾਈ ਕਰਨਾ ਹੈ। ਮੈਂ 3-4 ਮਿੰਟ 5 ਮਿੰਟ ਤੱਕ ਇਹਨੂੰ ਪਕਾਓ ਅਤੇ ਨਾਲ ਹਰਾ ਧਨੀਆ ਪਾ ਦਿਓ। ਸਾਗ ਸਾਡਾ ਬਿਲਕੁਲ ਤਿਆਰ ਹੋ ਗਿਆ। ਗੰਦਲਾਂ ਦਾ ਸਾਗ ਬਹੁਤ ਪਿਆਰਾ ਬਣਿਆ, ਬਹੁਤ ਟੇਸਟੀ ਬਣਿਆ। ਤੁਸੀਂ ਮੇਰੀ ਇਸੇ ਰੈਸਪੀ ਨੂੰ ਹੀ ਪੂਰਾ ਫਾਲੋ ਕਰਨਾ ਹੈ। ਇਨਸ਼ਾਅੱਲਾ ਬਹੁਤ ਅੱਛਾ ਔਰ ਬਹੁਤ ਟੇਸਟੀ ਮਜ਼ੇਦਾਰ ਸਾਗ ਬਣੇਗਾ।
उम्मीद है तुहानू मेरी वीडियो अच्छी लगी होएगी। साग नू जदों सर्व करना है तो थोड़ा जिहा इहदे उत्ते मक्खन पा लेना, तो फिर मज़ा दुबाला हो जाएगा। मक्की की रोटी नाल साग खाओ, सादा रोटी नाल साग खाओ, बाजरे की रोटी नाल साग खाओ, मज़ा ही मज़ा है। इंशाअल्लाह मेरी रेसिपी फॉलो करोगे, बहुत अच्छा साग बनेगा और मैनू ज़रूर याद करोगे अच्छे लफ्ज़ों च। वीडियो पूरी देखने का बहुत शुक्रिया और मेहरबानी। अस्सलाम वालेकुम।